ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਦਾ ਪਾਵਨ ਪ੍ਰਕਾਸ਼ ਪੁਰਬ ਦਿਹਾੜਾ ਹੈ। ਸਰਬੱਤ ਸੰਗਤਾਂ ਨੂੰ ਬੇਅੰਤ ਵਧਾਈਆਂ ਹੋਵਣ। ਸੰਖੇਪ ਰੂਪ ਦੇ ਵਿੱਚ ਵਿਚਾਰ ਕਰਕੇ ਫਿਰ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜਾਂਗੇ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਲਾਹੌਰ ਦੇ ਵਿੱਚ ਚੂਨਾ ਮੰਡੀ ਸ਼ਹਿਰ ਦੇ ਅੰਦਰ ਸਾਧ ਸੰਗਤ ਜੀ ਬਾਬਾ ਹਰਦਾਸ ਜੀ ਦੇ ਘਰ, ਮਾਤਾ ਦਇਆ ਕੌਰ ਜੀ ਦੇ ਘਰ ਸੰਮਤ 1591 ਬਿਕਰਮੀ ਨੂੰ ਕੱਤਕ ਸੁਦੀ ਦੂਜ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ। ਗੁਰ ਇਤਿਹਾਸ ਦੇ ਅੰਦਰ ਇਹ ਵਚਨ ਆਉਂਦੇ ਹਨ, ਜਿਸ ਸਮੇਂ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਨ ਕੀਤਾ ਹੈ, ਉਸ ਸਮੇਂ ਨਦੀਆਂ ਦੇ ਵਿੱਚ ਜਿਹੜਾ ਪਾਣੀ ਵਗਦਾ ਸੀ, ਪਾਣੀ ਦੀ ਥਾਂ ਤੇ ਦੁੱਧ ਵਗਣ ਲੱਗ ਪਿਆ। ਪਾਣੀ ਨੇ ਵੀ ਦੁੱਧ ਦਾ ਸਰੂਪ ਧਾਰਨ ਕਰ ਲਿਆ ਸੀਗਾ। ਜਦੋਂ ਗਰੀਬ ਨਵਾਜ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਨ ਕੀਤਾ ਹੈ ਔਰ ਜਿਹੜੇ ਕੈਦਖਾਨਿਆਂ ਵਿੱਚ ਬੰਦ ਸਨ ਉਹਨਾਂ ਨੂੰ ਬੰਦ ਖਲਾਸੀਆਂ ਪ੍ਰਾਪਤ ਹੋ ਗਈਆਂ। ਜਿਹੜੇ ਕੋਈ ਤਪਸਵੀ ਲੋਕ ਤਪੱਸਿਆ ਕਰਦੇ ਸਨ, ਜੀਵਨ ਦੇ ਅੰਦਰ ਲੰਬੇਰਾ ਸਮਾਂ ਹੋ ਗਿਆ ਸੀ ਭਜਨ ਬੰਦਗੀ ਦੀ ਸਾਧਨਾ ਕਰਦਿਆਂ ਹੋਇਆ, ਪਰ ਉਹ ਆਨੰਦ ਅਜੇ ਤੱਕ ਕਦੇ ਵੀ ਨਹੀਂ ਸੀ ਪ੍ਰਾਪਤ ਹੋਇਆ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਧਾਰਨ ਕਰਨੇ ਕਰਕੇ ਇਤਨਾ ਜ਼ਿਆਦਾ ਚਿੱਤ ਦੀ ਇਕਾਗਰਤਾ ਕਰਕੇ ਹਿਰਦੇ ਅੰਦਰ ਆਨੰਦ ਪ੍ਰਾਪਤ ਹੋਇਆ ਹੈ। ਔਰ ਦੇਵਤਿਆਂ ਨੇ ਸਾਧ ਸੰਗਤ ਜੀ ਫੁੱਲਾਂ ਦੀਆਂ ਵਰਖਾਵਾਂ ਕੀਤੀਆਂ ਨੇ। ਸਾਰੇ ਲਾਹੌਰ ਦੇ ਅੰਦਰ ਬੜੀ ਖੁਸ਼ੀ ਦੀ ਹਵਾ ਚੱਲ ਰਹੀ ਹੈ ਸਾਰੇ ਪਾਸੇ। ਹਰ ਇੱਕ ਦੇ ਮਨ ਦੇ ਅੰਦਰ ਪਤਾ ਨਹੀਂ ਹੈ ਕਿ ਕਿਉਂ ਮਨ ਦੇ ਅੰਦਰ ਖੁਸ਼ੀ ਹੋ ਰਹੀ ਹੈ, ਪਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦਾ ਅਵਤਾਰ ਹੋਇਆ, ਹਰ ਇੱਕ ਦੇ ਮਨ ਦੇ ਅੰਦਰ ਸਾਧ ਸੰਗਤ ਜੀ ਖੁਸ਼ੀ ਹੋ ਰਹੀ ਹੈ। ਹਰ ਇੱਕ ਪ੍ਰਾਣੀ ਮਾਤਰ ਜੀਵ ਦਾ ਮਨ ਬੜਾ ਖੁਸ਼ਹਾਲ ਹੋ ਰਿਹਾ ਹੈ, ਕਮਲ ਦੀ ਤਰ੍ਹਾਂ ਖਿੜਿਆ ਹੈ। ਤੇ ਗਰੀਬ ਨਵਾਜ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜੂਰ ਦਾ ਆਗਮਨ ਹੋਣੇ ਕਰਕੇ ਬਾਬਾ ਹਰਦਾਸ ਜੀ ਨੂੰ ਨਗਰ ਦੇ ਲੋਕ ਆ ਕਰਕੇ ਵਧਾਈਆਂ ਦੇ ਰਹੇ ਨੇ। ਸੰਗਤ ਜੀ, ਘਰ ਦੇ ਵਿੱਚ ਭਾਵੇਂ ਗਰੀਬੀ ਹੋਵੇ ਚਾਹੇ ਅਮੀਰੀ ਹੋਵੇ, ਆਰਥਿਕ ਪੱਖ ਤੋਂ ਕਮਜ਼ੋਰ ਹੋਵੇ ਭਾਵੇਂ ਕੋਈ ਬਲਵਾਨ ਹੋਵੇ, ਪਰ ਪੁੱਤਰ ਦੀ ਪ੍ਰਾਪਤੀ ਦਾ ਚਾਅ ਹਰ ਕੋਈ ਜੀਵ ਕਰਦਾ ਹੈ। ਬਾਬਾ ਹਰਦਾਸ ਜੀ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਹੈ। ਜਿਹੜੇ ਕੋਈ ਲੋਕ ਵਧਾਈਆਂ ਦੇਣ ਵਾਸਤੇ ਆਉਂਦੇ ਹਨ, ਉਹਨਾਂ ਨੂੰ ਪਦਾਰਥ ਵੰਡਦੇ ਐ, ਛਕਣ ਛਕਾਉਣ ਦੇ ਵਾਸਤੇ ਪਦਾਰਥ ਦਿੰਦੇ ਹਨ। ਔਰ ਇਸ ਪ੍ਰਕਾਰ ਜਿਹੜੇ ਕੋਈ ਮੰਗਤੇ ਚੱਲ ਕਰਕੇ ਆਉਂਦੇ, ਉਹਨਾਂ ਨੂੰ ਵੀ ਕੋਈ ਵਸਤੂਆਂ, ਕੱਪੜੇ ਆਦਿਕ ਪਦਾਰਥ ਵੰਡਦੇ ਐ। ਬੜਾ ਚਾਅ ਹੈ ਘਰ ਦੇ ਵਿੱਚ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ। ਔਰ ਜਿਹੜਾ ਵੀ ਕੋਈ ਬਾਬਾ ਹਰਦਾਸ ਜੀ ਦੇ ਸਾਹਿਬਜ਼ਾਦੇ ਦੇ ਦਰਸ਼ਨ ਕਰਨ ਵਾਸਤੇ ਆਉਂਦਾ ਹੈ, ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਿਹਰੇ ਦਾ ਇੰਨਾ ਸੋਹਣਾ ਨੂਰ ਹੈ, ਮਸਤਕ ਦਾ ਇਤਨਾ ਭਾਰੀ ਪ੍ਰਤਾਪ ਹੈ ਕਿ ਹਰ ਕੋਈ ਦੇਖਣ ਵਾਲਾ ਸੱਚੇ ਪਾਤਸ਼ਾਹ ਦੇ ਸਰੂਪ ਨੂੰ ਦੇਖ ਕਰਕੇ ਮੋਹਿਤ ਹੋ ਜਾਂਦਾ ਹੈ। ਐਸਾ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਨੂਰਾਨੀ ਚਿਹਰਾ ਹੈ। ਗੁਰ ਇਤਿਹਾਸ ਦੇ ਅੰਦਰ ਇਹ ਬਚਨ ਲਿਖੇ ਹੋਏ ਹੈ ਕਿ ਜਿਹੜਾ ਵੀ ਕੋਈ ਪ੍ਰਾਣੀ ਚੱਲ ਕਰਕੇ ਆਇਆ, ਆ ਕਰਕੇ ਵਧਾਈ ਦਿੰਦਾ ਹੈ, ਮਹਾਰਾਜ ਜੀ ਦੇ ਆ ਕੇ ਦੀਦਾਰ ਕਰਦਾ ਹੈ। ਔਰ ਸਤਿਗੁਰੂ ਜੀ ਦੇ ਚਿਹਰੇ ਦਾ ਪ੍ਰਤਾਪ ਐਸਾ ਹੈ ਜਿਵੇਂ ਚੜ੍ਹਦੇ ਸੂਰਜ ਵਰਗਾ ਮਸਤਕ ਦਾ ਪ੍ਰਤਾਪ ਹੈ, ਔਰ ਚੰਦਰਮਾ ਦੀ ਸ਼ਾਂਤੀ ਵਰਗਾ ਸਾਧ ਸੰਗਤ ਜੀ ਹਿਰਦੇ ਨੂੰ ਸ਼ਾਂਤੀ ਬਖਸ਼ਿਸ਼ ਕਰਨ ਵਾਲਾ ਹੈ। ਐਸਾ ਭਾਰੀ ਪ੍ਰਤਾਪ ਚਿਹਰੇ ਦਾ ਮਹਾਰਾਜ ਸੱਚੇ ਪਾਤਸ਼ਾਹੀ ਦੇ ਦੀਦਾਰ ਕਰਕੇ ਹਿਰਦਾ ਗਦ-ਗਦ ਹੋ ਜਾਂਦਾ ਹੈ। ਔਰ ਹਰ ਕੋਈ ਆ ਕਰਕੇ ਬਾਬਾ ਹਰਦਾਸ ਜੀ ਨੂੰ, ਮਾਤਾ ਦਇਆ ਕੌਰ ਜੀ ਨੂੰ ਵਧਾਈਆਂ ਦੇ ਰਹੇ ਨੇ। ਜਦੋਂ ਸਾਧ ਸੰਗਤ ਜੀ ਕੁਝ ਮਹੀਨਿਆਂ ਦੇ ਹੋਏ ਹੈ ਤੇ ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ
ਜਦੋਂ ਆ ਕਰਕੇ ਸਿੱਖ ਦੀਦਾਰ ਕਰਦੇ ਆ ਨਾ, ਸਾਧ ਸੰਗਤ ਜੀ, ਹਰ ਇੱਕ ਦਾ ਸੀਸ ਆਪਣੇ ਆਪ ਝੁਕ ਜਾਂਦਾ, ਝੁਕ ਕਰਕੇ ਨਮਸਕਾਰ ਕਰਦੇ ਹਨ ਔਰ ਅਨੁਮਾਨ ਲਗਾਉਂਦੇ ਹਨ ਕਿ ਕੋਈ ਆਮ ਸਾਧਾਰਨ ਬਾਲਕ ਨਹੀਂ ਹੈ, ਇਹ ਕੋਈ ਅਵਤਾਰੀ ਪੁਰਸ਼ ਜਾਪਦਾ ਹੈ। ਚੌੜਾ ਮਸਤਕ ਹੈ, ਮੋਟੇ ਨੇਤਰ ਹਨ ਔਰ ਆਪੋ ਆਪਣੇ ਅਨੁਮਾਨ ਲਗਾ ਕਰਕੇ ਬਾਰ-ਬਾਰ ਵਿਚਾਰਾਂ ਕਰਦੇ ਔਰ ਕਹਿੰਦੇ ਹਨ ਕਿ ਬਾਬਾ ਹਰਦਾਸ ਜੀ ਦਾ ਪੁੱਤਰ ਕੋਈ ਸਾਧਾਰਨ ਪੁੱਤਰ ਨਹੀਂ ਹੈ, ਇਹ ਕੋਈ ਅਵਤਾਰੀ ਪੁਰਸ਼ ਜਾਪਦਾ ਹੈ। ਅਤੇ ਹਰ ਕੋਈ ਆ ਕਰਕੇ ਝੁਕ ਕਰਕੇ ਨਮਸਕਾਰਾਂ ਕਰਦਾ ਹੈ। ਤੇ ਸਾਧ ਸੰਗਤ ਜੀ, ਜਦੋਂ ਮਹੀਨਿਆਂ ਤੋਂ ਕੁਝ ਸਾਲਾਂ ਦੇ ਹੋਏ ਹੈ ਔਰ ਲਾਹੌਰ ਦੇ ਵਿੱਚ ਰਹਿੰਦੇ ਹੋਏ ਸਾਧ ਸੰਗਤ ਜੀ, ਵਿਹੜੇ ਦੇ ਵਿੱਚ ਆਮ ਬਾਲਕਾਂ ਦੀ ਤਰ੍ਹਾਂ ਕੋਈ ਦੁਨਿਆਵੀ ਖੇਡਾਂ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਖੇਡਦੇ। 5 ਕੁ ਸਾਲ ਦੀ ਜਦੋਂ ਆਰਬਲਾ ਹੋਈ ਹੈ ਤੇ ਨਗਰ ਦੇ ਵੀ ਜਦੋਂ ਕੋਈ ਮਹਾਤਮਾ ਮਹਾਂਪੁਰਸ਼ ਚੱਲ ਕਰਕੇ ਆਉਂਦੇ, ਉਹਨਾਂ ਨੂੰ ਬੜੇ ਪਿਆਰ ਅਦਬ ਦੇ ਨਾਲ ਜਾ ਕੇ ਨਮਸਕਾਰ ਕਰਕੇ ਮਿਲਦੇ ਹਨ। ਤੇ ਇਹਨਾਂ ਤੋਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੀਆਂ ਕਥਾ ਕਹਾਣੀਆਂ ਸਰਵਣ ਕਰਦੇ ਨੇ। ਜਿਵੇਂ ਕਿ ਬੱਚਿਆਂ ਦਾ ਸੁਭਾਅ ਹੁੰਦਾ ਕਿ ਦੁਨਿਆਵੀ ਖੇਡਾਂ ਵਿੱਚ ਮਨ ਪਰਚਾ ਕੇ ਰੱਖਦੇ ਨੇ, ਪਰ ਸਤਿਗੁਰੂ ਜੀ ਦਾ ਐਸਾ ਸੁਭਾਅ ਨਹੀਂ ਹੈ। ਜਿਹੜੇ ਕੋਈ ਬੰਦਗੀ ਕਰਨ ਵਾਲੇ ਕੋ ਮਹਾਤਮਾ ਮਹਾਂਪੁਰਸ਼ ਚੱਲ ਕਰਕੇ ਆਉਂਦੇ, ਉਹਨਾਂ ਕੋਲ ਵਿਸ਼ੇਸ਼ ਕਰਕੇ ਉਹਨਾਂ ਨੂੰ ਮਿਲਦੇ, ਉਹਨਾਂ ਤੋਂ ਪਰਮਾਤਮਾ ਦੀਆਂ ਕਥਾ ਕਹਾਣੀਆਂ ਸੁਣਦੇ ਹਨ। ਬੜਾ ਧਿਆਨ ਲਾ ਕਰਕੇ ਬੜੇ ਪਿਆਰ ਅਦਬ ਦੇ ਨਾਲ ਸਰਵਣ ਕਰਿਆ ਕਰਦੇ ਆ। ਤੇ ਸਾਧ ਸੰਗਤ ਜੀ, 5 ਕੁ ਸਾਲ ਦੀ ਆਰਬਲਾ ਹੋਈ ਹੈ ਤੇ ਸਤਿਗੁਰੂ ਜੀ ਦੇ ਮਾਤਾ ਜੀ, ਮਾਤਾ ਦਇਆ ਕੌਰ ਜੀ, ਉਹ 5 ਭੌਤਿਕ ਸਰੀਰ ਤਿਆਗ ਕਰਕੇ ਸੱਚਖੰਡ ਗਮਨ ਕਰ ਗਏ। ਭਾਵੇਂ ਆਰਬਲਾ ਛੋਟੀ ਹੈ, ਜਦੋਂ ਨਗਰ ਦੇ ਵਿੱਚ ਲੋਕ ਚੱਲ ਕਰਕੇ ਆ ਕੇ ਦੇਖਦੇ ਹਨ, ਬੜੀ ਹੈਰਾਨਗੀ ਹੋ ਰਹੀ ਹੈ ਕਿ ਨੇਤਰਾਂ ਦੇ ਵਿੱਚੋਂ ਵੈਰਾਗ ਪ੍ਰਗਟ ਹੁੰਦਾ। ਲੋਕ ਦੇਖ ਦੇਖ ਕਰਕੇ ਬੜਾ ਵੈਰਾਗ ਕਰਦੇ ਹੈ ਕਿ ਬਾਲਕ ਅਜੇ ਛੋਟਾ ਹੈ ਤੇ ਮਾਤਾ ਸਰੀਰ ਛੱਡ ਗਈ ਹੈ, ਇਹ ਚੜਾਈ ਕਰ ਗਏ ਨੇ। ਸਾਧ ਸੰਗਤ ਜੀ, ਫਿਰ ਬਾਬਾ ਹਰਦਾਸ ਜੀ ਨੇ ਆਪਣੇ ਪਾਸ ਗਰੀਬ ਨਵਾਜ ਸਤਿਗੁਰੂ ਜੀ ਨੂੰ ਰੱਖਣਾ ਕੀਤਾ ਹੈ। ਭਾਵੇਂ ਮਹਾਰਾਜ ਜੀ ਦੇ ਨਾਨੀ ਜੀ ਨੇ ਕਿਹਾ ਸੀਗਾ ਕਿ ਮੈਂ ਆਪਣੇ ਨਾਲ ਲੈ ਜਾਂਦੀ ਹਾਂ ਬਾਸਰ ਕੇ ਨਗਰ ਦੇ ਵਿੱਚ, ਪਰ ਬਾਬਾ ਹਰਦਾਸ ਜੀ ਨੇ ਇਨਕਾਰ ਕਰ ਦਿੱਤਾ ਕਿ ਨਹੀਂ, ਇਹ ਆਪਣੇ ਇਸ ਪੁੱਤਰ ਨੂੰ ਅਸੀਂ ਆਪਣੇ ਪਾਸ ਹੀ ਰੱਖਣਾ ਕਰਾਂਗੇ। ਸਾਧ ਸੰਗਤ ਜੀ, ਭਾਵੇਂ ਪਿਆਰ ਬਹੁਤ ਜਤਾਵਣਾ ਕੀਤਾ, ਪਰ ਮਾਂ ਤਾਂ ਆਖਰਕਾਰ ਮਾਂ ਹੀ ਹੁੰਦੀ ਹੈ ਨਾ। ਮਾਂ ਵਰਗਾ ਪਿਆਰ ਤਾਂ ਨਹੀਂ ਨਾ ਕਿਤੇ ਪ੍ਰਾਪਤ ਹੋ ਸਕਦਾ। ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੀ ਆਰਬਲਾ ਜਦੋਂ 7 ਕੁ ਸਾਲ ਦੀ ਹੋਈ ਹੈ, ਉਸ ਸਮੇਂ ਪਿਤਾ ਜੀ ਬਾਬਾ ਹਰਦਾਸ ਜੀ ਵੀ ਸਾਧ ਸੰਗਤ ਜੀ ਚੜਾਈ ਕਰ ਗਏ, ਸੱਚਖੰਡ ਗਮਨ ਕਰ ਗਏ ਹਨ। ਫਿਰ ਮਾਤਾ ਪਿਤਾ ਵੀ ਜਿਹੜੇ ਸਰੀਰ ਕਰਕੇ ਪਾਸ ਨਹੀਂ ਰਹਿਣਾ ਕੀਤੇ। ਆਰਬਲਾ ਵੀ ਜੇ ਛੋਟੀ ਹੈ ਤੇ ਉਸ ਸਮੇਂ ਆਪ ਜੀ ਦੇ ਨਾਨੀ ਜੀ ਬਾਸਰ ਕੇ ਨਗਰ ਦੇ ਵਿੱਚ ਨਾਲ ਲੈ ਕਰਕੇ ਆ ਗਏ ਹਨ। ਇੱਥੇ ਆਪਣੇ ਪਾਸ ਹੀ ਰੱਖਦੇ ਆ ਔਰ ਮਾਂ ਵਾਲਾ ਪਿਆਰ ਜਤਾਉਂਦੇ ਹਨ। ਬੜੇ ਪਿਆਰ ਦੇ ਨਾਲ ਆਪਣੇ ਪਾਸ ਰੱਖਦੇ ਆ, ਚੰਗੀ ਸਿੱਖਿਆ ਸਿਖਾਉਂਦੇ ਹਨ ਤੇ ਜੀਵਨ ਦੇ ਅੰਦਰ ਚੰਗੀ ਕਿਰਤ ਕਰਨ ਦੇ ਵਾਸਤੇ ਛੋਟੀ ਆਰਬਲਾ ਦੇ ਵਿੱਚ ਹੀ ਆਪ ਜੀ ਦੇ ਨਾਨੀ ਜੀ ਨੇ ਪ੍ਰੇਰਿਤ ਕਰ ਦਿੱਤਾ ਹੈ। ਘੁੰਗਣੀਆਂ ਵੇਚਣ ਦੇ ਵਾਸਤੇ ਮਾਤਾ ਜੋ ਨਾਨੀ ਜੀ ਸਨ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ, ਤੇ ਇਹਨਾਂ ਨੇ ਸਾਧ ਸੰਗਤ ਜੀ ਟੋਕਰੇ ਵਿੱਚ ਘੁੰਗਣੀਆਂ ਪਾ ਕਰਕੇ ਦੇ ਦੇਣੀਆਂ ਕਿ ਜਾਓ ਬਾਜ਼ਾਰ ਵਿੱਚ ਜਾ ਕਰਕੇ ਵੇਚ ਆਵੋ। ਚੂਨਾ ਮੰਡੀ ਲਾਹੌਰ ਦੇ ਵਿੱਚ ਜਿਹੜਾ ਸ਼ਹਿਰ ਹੈ, ਉੱਥੇ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਮਹਾਰਾਜ ਘੁੰਗਣੀਆਂ ਵੇਚਿਆ ਕਰਦੇ ਆ। ਔਰ ਇਸ ਪ੍ਰਕਾਰ ਕੁਝ ਇਤਿਹਾਸਕਾਰਾਂ ਨੇ ਬਾਸਰ ਕੇ ਨਗਰ ਦਾ ਜ਼ਿਕਰ ਕੀਤਾ ਕਿ ਬਾਸਰ ਕੇ ਨਗਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਘੁੰਗਣੀਆਂ ਵੇਚਿਆ ਕਰਦੇ ਸਨ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀ ਜਦੋਂ ਆਵਾਜ਼ ਦਿੰਦੇ ਆ ਨਾ, ਤੇ ਹਰ ਇੱਕ ਦੇ ਮਨ ਨੂੰ ਖਿੱਚ ਪੈਂਦੀ ਹੈ। ਇੰਨੀ ਪਿਆਰੀ ਤੇ ਸੁਰੀਲੀ ਆਵਾਜ਼ ਸੱਚੇ ਪਾਤਸ਼ਾਹ ਜੀ ਲਗਾਉਂਦੇ ਆ। ਛੋਟੀ ਆਰਬਲਾ ਹੈ ਔਰ ਜਦੋਂ ਹੋਕਾ ਦਿੰਦੇ ਹਰ ਕੋਈ ਬੜੇ ਪਿਆਰ ਦੇ ਨਾਲ ਸੁਰੀਲੀ ਜੀ ਆਵਾਜ਼ ਸੁਣ ਕਰਕੇ ਪਾਸ ਆਉਂਦਾ ਹੈ। ਤੇ ਜਿਹੜਾ ਕੋਈ ਗਰੀਬ ਲੋੜਵੰਦ ਹੁੰਦਾ ਉਹਨੂੰ ਉਸੇ ਤਰ੍ਹਾਂ ਘੁੰਗਣੀਆਂ ਦੇ ਦਿੰਦੇ, ਉਹਦੇ ਤੇ ਕੋਈ ਪੈਸਾ ਨਹੀਂ ਸਨ ਲਿਆ ਕਰਦੇ। ਇੱਕ ਵਾਰ ਬੜੇ ਪਿਆਰ ਵਾਲੀ ਸਿੱਖ ਸੰਗਤ ਦਾ ਕਾਫਲਾ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਾ ਰਿਹਾ ਹੈ ਸਤਿਗੁਰਾਂ ਦੇ ਦੀਦਾਰ ਕਰਨ ਦੇ ਵਾਸਤੇ।
ਗਰੀਬ ਨਵਾਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਸਤਿਗੁਰਾਂ ਨੇ ਸ੍ਰੀ ਗੋਂਦਵਾਲ ਸਾਹਿਬ ਨਗਰ ਨੂੰ ਵਿਸਾਖ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਕਾਲ ਨੂੰ ਵੀ ਕਦੇ ਇੱਥੇ ਪ੍ਰਵੇਸ਼ ਨਹੀਂ ਹੋਣ ਦੇਣਾ ਕੀਤਾ, ਔਰ ਸੱਚਖੰਡ ਦਾ ਸਰੂਪ ਹੀ ਮਹਾਰਾਜ ਸਾਹਿਬ ਜੀ ਨੇ ਇਸ ਨਗਰ ਨੂੰ ਬਖਸ਼ਿਸ਼ ਕਰ ਦਿੱਤਾ। ਗੋਵਿੰਦਵਾਲ ਗੋਵਿੰਦਪੁਰੀ ਸਮ ਜਲਨ ਤੀਰ ਵਪਾਸ ਬਨਾਇਆ। ਭੱਟ ਜਨਾਂ ਨੇ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਉਚਾਰਨ ਕੀਤੀ ਹੈ ਕਿ ਗਰੀਬ ਨਵਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪ ਜੀ ਨੇ ਇਹ ਗੋਂਦਵਾਲ ਸਾਹਿਬ ਨਗਰ ਨੂੰ ਮਹਾਰਾਜ ਗੋਬਿੰਦਪੁਰੀ ਬਣਾ ਦੇਣਾ ਕੀਤਾ। ਸੱਚਖੰਡੀ ਮਹਾਰਾਜ ਆਪ ਜੀ ਨੇ ਬਣਾ ਦਿੱਤਾ, ਜਿੱਥੇ ਕਾਲ ਵੀ ਕਦੇ ਪ੍ਰਵੇਸ਼ ਨਹੀਂ ਕਰ ਸਕਦਾ। ਉਸ ਅਸਥਾਨ ਤੇ ਗੁਰੂ ਕੇ ਪਿਆਰ ਵਾਲੀਆਂ ਸਿੱਖ ਸੰਗਤਾਂ ਸ਼ਬਦ ਗਾਇਨ ਕਰਦੀਆਂ ਹੋਈਆਂ ਸੰਗਤ ਦਾ ਕਾਫਲਾ ਜਾ ਰਿਹਾ ਹੈ, ਤੇ ਰਸਤੇ ਵਿੱਚ ਮਹਾਰਾਜ ਘੁੰਗਣੀਆਂ ਵੇਚ ਰਹੇ, ਟੋਕਰਾ ਭਰਿਆ ਹੋਇਆ ਤੇ ਬੈਠੇ ਹੈ। ਤੇ ਉਹ ਸੰਗਲ ਦੇ ਕਾਫਲੇ ਦੇ ਵਿੱਚੋਂ ਇੱਕ ਮਹਾਤਮਾ ਕੋਈ ਮਹਾਪੁਰਸ਼ ਨਿਕਲ ਕਰਕੇ ਆਇਆ। ਉਸ ਨੇ ਆ ਕਰਕੇ ਕਿਹਾ ਕਿ ਮੈਨੂੰ ਘੁੰਗਣੀਆਂ ਚਾਹੀਦੀਆਂ, ਭੁੱਖ ਲੱਗੀ ਹੋਈ ਹੈ। ਸਾਧ ਸੰਗਤ ਜੀ ਬੁੱਕ ਭਰ ਕਰਕੇ ਉਹਦੀ ਝੋਲੀ ਵਿੱਚ ਪਾ ਦਿੱਤਾ। ਕਹਿੰਦੇ ਇਹਨੇ ਨਾਲ ਮੇਰੀ ਭੁੱਖ ਨਹੀਂ ਮਿਟਣੀ। ਫਿਰ ਇੱਕ ਹੋਰ ਬੁੱਕ ਭਰ ਕੇ ਪਾ ਦਿੱਤਾ। ਕਹਿਣ ਲੱਗੇ ਇਹਦੇ ਨਾਲ ਵੀ ਮੇਰੀ ਭੁੱਖ ਨਹੀਂ ਮਿਟਣ ਵਾਲੀ। ਫਿਰ ਹੋਰ ਬੁੱਕ ਭਰ ਕੇ ਪਾ ਦਿੱਤਾ। ਕਹਿਣ ਲੱਗੇ ਮੇਰੇ ਨਾਲ ਸੰਗਤ ਵੀ ਬਹੁਤ ਹੈ। ਫਿਰ ਸਾਰਾ ਜਿਹੜਾ ਸਾਧ ਸੰਗਤ ਜੀ ਟੋਕਰਾ ਸੀ ਨਾ, ਉਹ ਸਾਰਾ ਹੀ ਝੋਲੀ ਵਿੱਚੋਂ ਮਹਾਤਮਾ ਦੀ ਝੋਲੀ 'ਚ ਭਰ ਕਰਕੇ ਪਾ ਦਿੱਤਾ ਹੋਇਆ। ਫਿਰ ਜਦੋਂ ਘਰ ਦੇ ਵਿੱਚ ਆਏ ਆ, ਇਤਿਹਾਸ ਅੰਦਰ ਜ਼ਿਕਰ ਆਉਂਦਾ ਕਿ ਆਪ ਜੀ ਦੀ ਜੋ ਨਾਨੀ ਜੀ ਸਨ, ਤਿਨਾਂ ਨੇ ਝਿੜਕਿਆ ਹੈ ਔਰ ਮਨ ਨੂੰ ਇੰਨੀ ਜ਼ਿਆਦਾ ਠੇਸ ਪਹੁੰਚੀ ਹੈ ਕਿ ਉਸੇ ਸਮੇਂ ਹੀ ਭੱਜ ਕਰਕੇ ਕਾਹਲੀ ਦੇ ਨਾਲ ਉਹ ਸੰਗਤ ਦੇ ਕਾਫਲੇ ਵਿੱਚ ਜਾ ਕੇ ਮਿਲ ਗਈ ਹੈ। ਜਿਹੜਾ ਸੰਗਤ ਦਾ ਕਾਫਲਾ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਦੇ ਦੀਦਾਰ ਕਰਨ ਵਾਸਤੇ ਗੋਂਦਵਾਲ ਸਾਹਿਬ ਦੀ ਧਰਤੀ ਤੇ ਜਾ ਰਿਹਾ ਸੀਗਾ, ਸੰਗਤ ਦੇ ਨਾਲ ਹੀ ਮਿਲ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ ਹੈ। ਜਦੋਂ ਪਹਿਲੀ ਵਾਰ ਸੱਚੇ ਪਾਤਸ਼ਾਹ ਦੇ ਦੀਦਾਰ ਕੀਤੇ, ਉਸੇ ਸਮੇਂ ਹੀ ਚਿੱਤ ਮੋਹਿਤ ਹੋ ਗਿਆ ਕਿ ਜੀਵਨ ਦੇ ਅੰਦਰ ਅੱਜ ਤੱਕ ਉਹ ਸੁਖ ਔਰ ਹਾਸ ਨਹੀਂ ਕਦੇ ਪ੍ਰਾਪਤ ਹੋਇਆ ਜਿਹੜਾ ਸਤਿਗੁਰੂ ਜੀ ਦੇ ਦੀਦਾਰ ਕਰਨੇ ਮਾਤਰ ਹੀ ਪ੍ਰਾਪਤ ਹੋ ਗਿਆ ਹੈ। ਇਹ ਸੰਗਤ ਜੀ ਪੂਰੇ ਸਤਿਗੁਰੂ ਜੀ ਦੀ ਨਿਸ਼ਾਨੀ ਹੈ ਕਿ ਮਨ ਦੇ ਵਿੱਚੋਂ ਦੁਚਿੱਤਾਪਣ ਮਿਟ ਜਾਂਦਾ ਹੈ, ਹਿਰਦੇ ਅੰਦਰ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਜਦੋਂ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦਾ ਗੁਰਬਾਣੀ ਵਿੱਚ ਬਚਨ ਵੀ ਆਉਂਦਾ ਹੈ ਕਿ ਇਹ ਪ੍ਰਾਣਾ ਧਾਰੀ ਜੀਵ ਅਮਰ ਪਦਵੀ ਨੂੰ ਪ੍ਰਾਪਤ ਹੋ ਜਾਵੇਗਾ ਜੇ ਪੂਰੇ ਸਤਿਗੁਰੂ ਜੀ ਦੇ ਲੜ ਲੱਗ ਜਾਵੇਗਾ। ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਹੀਏ। ਦੁਚਿੱਤਾਪਣ ਦੁਬਦਾ ਵੀ ਮਨ ਦੇ ਵਿੱਚੋਂ ਮਿਟ ਜਾਂਦੀ ਹੈ। ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ। ਉਸੇ ਨੂੰ ਪੂਰਾ ਤੇ ਸੱਚਾ ਸਤਿਗੁਰੂ ਕਹੀਦਾ, ਜਿਸ ਨੂੰ ਮਿਲਣੇ ਮਾਤਰ ਹੀ ਹਿਰਦੇ ਅੰਦਰ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਤੋ ਜਦੋਂ ਸਤਿਗੁਰੂ ਜੀ ਦੇ ਦੀਦਾਰ ਕੀਤੇ ਆ ਔਰ ਸੰਗਤ ਦਰਸ਼ਨ ਕਰ ਰਹੀ ਹੈ, ਸੰਗਤ ਦੇ ਕਤਾਰ ਦੇ ਵਿੱਚ ਖੜ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਕੀਤੇ ਹਨ। ਚਰਨਾਂ ਤੇ ਬੜੇ ਪਿਆਰ ਦੇ ਨਾਲ ਨਮਸਕਾਰ ਕੀਤੀ ਹੈ। ਜਿਹੜੀ ਸੰਗਤ ਚੱਲ ਕਰਕੇ ਆਈ ਸੀ ਉਹ ਤਾਂ ਕੁਝ ਦਿਨ ਰਹਿ ਕਰਕੇ ਵਾਪਸ ਚਲੀ ਗਈ ਹੈ, ਪਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਪਹੁਰੇ ਬਣ ਕੇ ਰਹਿ ਗਏ ਹਨ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇਤਨਾ ਭਾਰੀ ਪਿਆਰ ਤੇ ਆਨੰਦ ਪ੍ਰਾਪਤ ਹੋਇਆ ਕਿ ਜਾਣ ਨੂੰ ਚੇਤੀ ਨਹੀਂ ਕੀਤਾ। ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਠਹਿਰਨ ਦੇ ਵਾਸਤੇ ਗੋਂਦਵਾਲ ਸਾਹਿਬ ਦੇ ਵਿੱਚ ਹੀ ਰੁਕਣ ਦੇ ਵਾਸਤੇ ਨਿਸ਼ਚੈ ਕਰਕੇ ਧਾਰਨ ਕਰ ਲਿਆ। ਸੰਗਤ ਦੇ ਵਿੱਚੋਂ ਕੁਝ ਸਿੱਖਾਂ ਨੇ ਕਿਹਾ ਵੀ ਕਿ ਤੁਸੀਂ ਵਾਪਸ ਨਹੀਂ ਜਾਣਾ। ਕਹਿਣ ਲੱਗੇ ਨਹੀਂ, ਸਾਡਾ ਇੱਥੇ ਚਿੱਤ ਲੱਗ ਗਿਆ ਹੈ। ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿ ਕਰਕੇ ਸੇਵਾ ਕਰਨ ਨੂੰ ਸਾਡਾ ਚਿੱਤ ਕਰਦਾ ਹੈ। ਤੇ ਫਿਰ ਐਸੀ ਮਹਾਨ ਸਾਧ ਸੰਗਤ ਜੀ ਪਿਆਰ ਤੇ ਉਤਸ਼ਾਹ ਦੇ ਨਾਲ ਗੁਰੂ ਚਰਨਾਂ ਦੀ ਸੇਵਾ ਕਮਾਈ ਹੈ। ਗੁਰੂ ਕੇ ਲੰਗਰਾਂ ਦੇ ਵੀ ਸੇਵਾ ਕਰਦੇ ਨੇ। ਫਿਰ ਗੋਂਦਵਾਲ ਸਾਹਿਬ ਦੀ ਧਰਤੀ ਤੇ ਜਿਹੜੀ 84 ਪੌੜੀਆਂ ਵਾਲੀ ਬੌਲੀ ਮਹਾਰਾਜ ਸਾਹਿਬ ਜੀ ਨੇ ਤਿਆਰ ਕਰਵਾਈ, ਉੱਥੇ ਵੀ ਮਹਾਨ ਸੇਵਾ ਕੀਤੀ ਹੈ ਸੱਚੇ ਪਾਤਸ਼ਾਹ ਜੀ ਨੇ। ਸਿੱਖ ਕਈ ਵਾਰ ਮਖੌਲ ਦੇ ਨਾਲ ਟੋਕਰਾ ਜ਼ਿਆਦਾ ਭਰ ਦਿੰਦੇ ਨੇ ਕਾਰ ਦੇ ਨਾਲ, ਪਰ ਫਿਰ ਵੀ ਕਦੇ ਮਨ ਦੇ ਅੰਦਰ ਕਿਸੇ ਤੇ ਕੋਈ ਸ਼ਿਕਵਾ ਕੋਈ ਗੇਲਾ ਨਹੀਂ ਕਰਦੇ ਕਿ ਸਾਡੇ ਨਾਲ ਤੁਸੀਂ ਮਖੌਲ ਕਰਦੇ ਹੋ।
बड़े चाह ते उत्साह दे नाल महाराज सच्चे पातशाह जी सेवा करते हैं। अपने सीस दे उपर भरिया होया कार दा जो टोकरा हुंदा है सीस ते चक लेंदे है। नेत्रां विच धन गुरु अमरदास साहिब महाराज सेव जी दे स्वरूप नूं विसाख करके रखदे ने और रसना तो भी गरीब नवाज सच्चे पातशाह धन गुरु अमरदास साहिब महाराज जी दा जाप जपी जा रहे हैं। बड़े प्यार उत्साह दे नाल सतगुरु जी कार करदे है। ते साध संगत जी एक बार जदों महाराज साहिब जी ये सेवा कर रहे सन ते माता रामो जी आए ने। धन गुरु अमरदास साहिब सच्चे पातशाह जी ने आके बेनती की है अपनी सपुत्री बीबी भानी जी का वर लभण दे वास्ते। इन्ने समय नूं धन गुरु रामदास साहिब महाराज शीस दे उपर टोकरी चुकी हुई है। साध संगत जी सेवा कर रहे ने। मस्तक दा जो दगदा होया नूर नजर आ रहा है। बड़ा नूरानी चेहरा सच्चे पातशाह जी दा। ते महाराज साहिब जी नूं बेनती की है माता जी ने, सतगुरु जी इन्हां वर्गा कोई साडी सपुत्री दा पति होना चाहिए। ते महाराज जी ने मुस्कुरा के वचन किया, कहन लगे कि इन्हां वर्गे तां इहो ही है, इन्हां वर्गा होर नहीं कोई सारे संसार भर दे भी सानूं प्राप्त होने वाला। इशारा यह सी कि धन सतगुरु गुरु रामदास साहिब जी महाराज जिन्हां ने आउण वाले समय विच गुरता गद्दी दे तख्त ते विराजमान होना है, आउण वाले समय विच लोकाई दा भला करना है, जीवां नूं उपदेश दे करके जीवां दे कल्याण करनी है। इन्हां वर्गे इहो ही है, होर नहीं कोई इन्हां वर्गा जग दे विच हो सकदा। फिर महाराज साहिब जी नूं पास बुला करके पूछिया है, गरीब नवाज धन सतगुरु गुरु रामदास साहिब महाराज सच्चे पातशाह जी दा जो अपनी सपुत्री बीबी भानी जी दे नाल गुरु अमरदास साहिब सच्चे पातशाह जी ने विवाह करना कीता है। ते संगत जी इतनी भारी निमरता दुनियावी रिश्तेदारी दे विचों भावें जवाई है सतगुरु अमरदास साहिब महाराज सच्चे पातशाह जी दे, पर फिर भी पहला दी तरह निमरतावान होकर के गुरु के सेवक बन के सेवा करते हैं। कदे नहीं मन दे विच हंकार कीता कि असीं सच्चे पातशाह जी दे जवाई लगदे हां। महाराज जी दे चरणां दे भंवरे बन के सेवक बन के सेवकां वर्गे गुण धारण करके महाराज जी दे चरणां दी सेवा करते हैं। फिर जेकर गुरियाई दी दात प्राप्त हो जाती है, धन सतगुरु गुरु रामदास साहिब सच्चे पातशाह महाराज जी नूं साध संगत जी फिर भी गरीब नवाज धन सतगुरु श्री गुरु अमरदास साहिब महाराज सच्चे पातशाह हजूर दे पास ही रहंदे है। इतना भारी प्यार है। ते संगत जी इतिहास में जिक्र आउंदा है कि जदों बीबी भानी जी दे नाल सच्चे पातशाही दा विवाह करना कीता है धन गुरु अमरदास साहिब पातशाह जी ने, ते उस समय जेड़े को लाहौर तो सिख चल करके आए सन महाराज जी दे संबंधी, उन्होंने बेनती की सच्चे पातशाह इन्हां नगर दे विच भेज देवो। हजूर दे संगत की बेनती प्रवान की ते सच्चे पातशाह जी ने हुक्म किया कि जाओ अपने नगर में चले जाओ। साध संगत जी महाराज जी के चरणों का इतना भारी प्यार है, इतना ज्यादा प्रेम है सच्चे पातशाही के चरणों का कि जान नूं चित पावे नहीं करता, पर महाराज जी का वचन भी मोड़ नहीं सकते। 7 वचन कह करके चले गए ने। एक रात रोक करके साध संगत जी उसी समय फिर अगले दिन वापस आ गए ने अमृतसर साहिब की धरती पर। गरीब नवाज धन सतगुरु गुरु अमरदास साहिब पातशाह जी के कोल श्री गोंदवाल साहिब की धरती ते आ गए है। आ करके महाराज साहिब जी के चरणों ते नमस्कार की। सच्चे पातशाह आप जी के चरणों तो महाराज असीं विछड़ना नहीं चाहते, महाराज साडा चेते नहीं लगा, इस करके महाराज दोबारा फिर आप जी के चरणों में असीं वापस आ गए हाँ। अपने चरणों में ही महाराज सानू रखना करो। महाराज अपने चरणों दे सानू सेवा कृपा करके इसी तरह बख्शिश करो। फिर हजूर दे पास रह करके महान सेवावां नूं कीता। ते साध संगत जी गरीब नवाज सतगुरु श्री गुरु रामदास साहिब महाराज सच्चे पातशाह जी नूं गुरता गद्दी दी दात प्राप्त हुई है ना, फिर भी महाराज सच्चे पातशाह जी ने हुई निमरतावान होकर के साध संगत जी वचन उच्चारण किए है। जदों धन गुरु अमरदास साहिब महाराज जी ने पूछा कि तुसीं मंग लो की मंगना चाहते हो,
ਗੂਜਰੀ ਰਾਗ ਵਿੱਚ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ, ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਉ ਕਰੋ ਗੁਰ ਪਾਸ। ਮਹਾਰਾਜ ਆਪ ਜੀ ਦੇ ਪਾਸ ਅਸੀਂ ਬੇਨਤੀ ਕਰਦੇ ਹਾਂ, ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਉ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ। ਮਹਾਰਾਜ ਕਿਰਪਾ ਕਰੋ, ਨਾਮ ਦਾ ਪ੍ਰਕਾਸ਼ ਸਾਡੇ ਹਿਰਦੇ ਵਿੱਚ ਕਰ ਦੇਵੋ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਦੀ ਦਾਤ ਤਾਂ ਤੁਹਾਨੂੰ ਮਿਲੀ ਹੈ, ਨਾਮ ਦਾ ਤੁਸੀਂ ਜਪਦੇ ਹੋ। ਨਹੀਂ ਮਹਾਰਾਜ, ਮੇਰੇ ਮੀਤ ਗੁਰਦੇਵ ਮੋਕੋ RAM ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਈ, ਹਰ ਕੀਰਤ ਹਮਰੀ ਰਹਿ ਰਾਸ। ਗੁਰਮਤਿ ਦੁਆਰਾ ਜਿਹੜੀ ਨਾਮ ਦੀ ਦਾਤ ਪ੍ਰਾਪਤ ਹੋ ਜਾਣੀ ਮਹਾਰਾਜ, ਉਹ ਆਪਣੇ ਆਪ ਨਾਮ ਜਪਣੇ ਕਰਕੇ ਸੱਚੇ ਪਾਤਸ਼ਾਹ ਜੀ ਦਾਤ ਨਹੀਂ ਪ੍ਰਾਪਤ ਹੋ ਸਕਦੀ। ਆਪ ਕਿਰਪਾ ਕਰਕੇ ਮਹਾਰਾਜ ਸਾਨੂੰ ਨਾਮ ਦੀ ਦਾਤ ਬਖਸ਼ੋ, ਨਾਮ ਦਾ ਪ੍ਰਕਾਸ਼ ਸਾਡੇ ਹਿਰਦੇ ਵਿੱਚ ਕਰ ਦੇਵਾ। ਐਸੇ ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਸਾਰੀ ਸੰਗਤ ਜੀ ਬੇਅੰਤ ਜੀਵਾਂ ਦੀ ਕਲਿਆਣ ਕੀਤੀ ਹੈ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਮਹਿਮਾ ਹੈ, ਭਾਈ ਸੱਤਾ ਤੇ ਭਾਈ ਬਲਵੰਡ ਜੀ ਨੇ ਆਪਣੀ ਵਾਰ ਉਚਾਰਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਦਰਜ ਕੀਤੀ ਹੈ, ਉਸ ਵਾਰ ਦੇ ਵੀ ਸੱਚੇ ਪਾਤਸ਼ਾਹੀ ਦਾ ਜਸ ਉਚਾਰਨ ਕੀਤਾ ਹੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਹੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੇ ਸ੍ਰਿਸ਼ਟੀ ਨੂੰ ਸਿਰਜਿਆ ਹੈ ਮਹਾਰਾਜ, ਉਸੇ ਸ੍ਰਿਸ਼ਟੀ ਦੇ ਜੀਵਾਂ ਨੂੰ ਆਪ ਨੇ ਕਿਰਪਾ ਕਰਕੇ ਸਵਾਰਨਾ ਕੀਤਾ। ਜਿਹੜਾ ਵੀ ਕੋਈ ਭਾਵਨਾ ਦੇ ਨਾਲ ਆਪ ਜੀ ਦੀ ਸ਼ਰਨ ਵਿੱਚ ਚੱਲ ਕਰਕੇ ਆਇਆ ਮਹਾਰਾਜ, ਸ਼ੁਭ ਗੁਣਾ ਦੇ ਸਹਿਤ ਉਸ ਦੇ ਹਿਰਦੇ ਨੂੰ ਆਪ ਨੇ ਕਿਰਪਾ ਕਰਕੇ ਸਵਾਰ ਦਿੱਤਾ ਹੈ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਐਸੀ ਮਹਾਰਾਜ ਕਰਾਮਾਤ, ਐਸੀ ਭਾਰੀ ਸ਼ਕਤੀ ਸੰਸਾਰ ਦੇ ਅੰਦਰ ਸੰਪੂਰਨ ਹੋਈ ਹੈ, ਕਿਉਂਕਿ ਆਪ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਸੰਸਾਰ ਦੇ ਅੰਦਰ ਮਨੁੱਖਾ ਸਰੀਰ ਦੇ ਅੰਦਰ ਪ੍ਰਗਟ ਕੀਤਾ ਹੈ। ਆਪ ਦੇ ਅੰਦਰ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੀ ਜਾਗਦੀ ਹੋਈ ਜੋਤ ਹੈ, ਜੋ ਸੱਚੇ ਪਾਤਸ਼ਾਹ ਮਹਾਰਾਜ ਜੀ ਪਰਮੇਸ਼ਰ ਨੇ ਨਿਰਗੁਣ ਨੇ ਸਰਗੁਣ ਸਰੂਪ ਸੰਸਾਰ ਦੇ ਅੰਦਰ ਪ੍ਰਗਟ ਕੀਤਾ ਸੀਗਾ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਮਹਾਰਾਜ ਆਪ ਜੀ ਦੀਆਂ ਪਿਆਰ ਵਾਲੀਆਂ ਸਿੱਖ ਸੰਗਤਾਂ ਨੇ ਆਪ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਜਾਣ ਕਰਕੇ ਨਮਸਕਾਰਾਂ ਕੀਤੀਆਂ ਹਨ। ਮਨ ਬਾਣੀ ਸਰੀਰ ਕਰਕੇ ਆਪ ਜੀ ਦੇ ਚਰਨਾਂ ਤੇ ਝੁਕ ਕਰਕੇ ਨਮਸਕਾਰਾਂ ਕਰਦੇ ਐ। ਮਹਾਰਾਜ ਆਪ ਜੀ ਦਾ ਐਸਾ ਸਰੂਪ ਜਾਣ ਕਰਕੇ ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਮਹਾਰਾਜ ਆਪ ਦੀ ਜੁਗੋ ਜੁਗ ਅਟਲ ਰਹਿਣ ਵਾਲੇ ਹੋ। ਮਹਾਰਾਜ ਅਥਾਹ ਆਪ ਜੀ ਦਾ ਸਰੂਪ ਹੈ, ਆਪ ਜੀ ਦੀ ਉਰਾਰ ਪਾਰ ਦਾ ਕੋਈ ਅੰਤ ਨਹੀਂ ਪਾ ਸਕਦਾ। ਐਸਾ ਮਹਾਰਾਜ ਬੇਅੰਤਾ ਆਪ ਜੀ ਨੇ ਸੰਸਾਰ ਦੇ ਅੰਦਰ ਸਰੂਪ ਪ੍ਰਗਟ ਕੀਤਾ ਹੈ। ਐਸੀ ਭਾਰੀ ਤੇ ਵੱਡੀ ਆਪ ਜੀ ਦੀ ਮਹਾਰਾਜ ਮਹਿਮਾ ਹੈ। ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਮਹਾਰਾਜ ਜਿਨ੍ਹਾਂ ਸਿੱਖਾਂ ਨੇ ਸੇਵਕ ਬਣ ਕੇ ਆਪ ਜੀ ਦੇ ਚਰਨਾਂ ਦੀ ਭਾਵਨਾ ਦੇ ਨਾਲ ਸੇਵਾ ਕੀਤੀ ਹੈ ਨਾ, ਤੇ ਇਹਨਾਂ ਨੂੰ ਭੈਦਾਇਕ ਸੰਸਾਰ ਸਾਗਰ ਤੋਂ ਆਪ ਜੀ ਨੇ ਕਿਰਪਾ ਕਰਕੇ ਪਾਰ ਕਰ ਦਿੱਤਾ, ਮੁਕਤ ਰੂਪ ਕਿਨਾਰੇ ਤੇ ਪਹੁੰਚਾ ਦਿੱਤਾ ਹੈ। ਮਹਾਰਾਜ ਤਿੰਨਾਂ ਸਿੱਖਾਂ ਨੂੰ ਆਪ ਨੇ ਸੰਸਾਰ ਸਮੁੰਦਰ ਦੇ ਵਿੱਚ ਜੰਮਣ ਮਰਨ ਦੇ ਗੋਤੇ ਨਹੀਂ ਕਦੇ ਖਾਣ ਦੇਣਾ ਕੀਤੇ। ਉਹ 84 ਦੇ ਗੇੜੇ ਤੋਂ ਆਜ਼ਾਦ ਹੋ ਗਏ ਹੈ, ਜਿਨ੍ਹਾਂ ਨੇ ਮਹਾਰਾਜ ਆਪ ਜੀ ਦੇ ਚਰਨਾਂ ਦੀ ਭਾਵਨਾ ਦੇ ਨਾਲ ਸੇਵਾ ਕੀਤੀ ਹੈ। हे ਸੱਚੇ ਪਾਤਸ਼ਾਹ, ਲਬ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ। हे ਗਰੀਬ ਨਵਾਜ, ਜਿਨ੍ਹਾਂ ਨੇ ਭਾਵਨਾ ਦੇ ਨਾਲ ਆਪ ਜੀ ਦੀ ਸੇਵਾ ਕੀਤੀ ਹੈ ਨਾ, ਜਿਹੜੇ ਪ੍ਰਬਲ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਹੈ, ਤਿਨਾਂ ਨੂੰ ਆਪ ਨੇ ਕਿਰਪਾ ਕਰਕੇ ਤਿਨਾਂ ਗੁਰਸਿੱਖਾਂ ਦੇ ਹਿਰਦੇ ਵਿੱਚੋਂ ਕੱਢ ਦਿੱਤਾ ਹੈ। ਅਵਗੁਣਾਂ ਨੂੰ ਅਭਾਵ ਕਰਕੇ ਜੜੋਂ ਪੁੱਟ ਕਰਕੇ ਸ਼ੁਭ ਗੁਣਾਂ ਨੂੰ ਮਹਾਰਾਜ ਹਿਰਦੇ ਵਿੱਚ ਪੈਦਾ ਕਰ ਦਿੱਤਾ ਹੈ। ਐਸੀ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਰਮ ਵਡਿਆਈ ਹੈ। ਫਿਰ ਮਹਾਰਾਜ ਅਸੀਂ ਵਿਚਾਰ ਕੀਤੀ ਹੈ, ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ।
ਸੱਚੇ ਪਾਤਸ਼ਾਹ ਆਪ ਹੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਸਰੂਪ ਹੋ, ਜਿਹੜੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਦਾ ਪਾਵਨ ਸਵਰੂਪ ਹਨ। ਪ੍ਰਤੱਖ ਨਿਰਗੁਣ ਨੇ ਸਰਗੁਣ ਸਰੂਪ ਧਾਰਨ ਕੀਤਾ ਹੈ ਲੋਕਾਈ ਦਾ ਭਲਾ ਕਰਨ ਦੇ ਲਈ। ਮਹਾਰਾਜ ਆਪ ਜੀ ਉਹਨਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਸਵਰੂਪ ਹੋ। ਨਾਨਕ ਤੂੰ ਲਹਿਣਾ ਤੂੰ ਹੈ। ਫਿਰ ਮਹਾਰਾਜ ਬਾਬਾ ਲਹਿਣਾ ਜੀ ਭਾਵ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਸਰੂਪ ਹੋ। ਗੁਰ ਅਮਰ ਤੂੰ ਵਿਚਾਰਿਆ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਵੀ ਆਪ ਜੀ ਦਾ ਸਰੂਪ ਹਨ। ਗੁਰ ਡਿਠਾ ਤਾਂ ਮਨ ਸਾਧਾਰਿਆ। ਹੇ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਿੱਖਾਂ ਨੇ ਭਾਵਨਾ ਦੇ ਨਾਲ ਆਪ ਜੀ ਦੇ ਦਰਸ਼ਨ ਕੀਤੇ ਹੈ ਨਾ, ਮਹਾਰਾਜ ਉਹ ਸਹਿਤ ਆਸਰੇ ਦੇ ਹੋ ਗਏ। ਆਤਮਿਕ ਬਲ ਤੇ ਇਹਨਾਂ ਨੂੰ ਆਪ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕਰ ਦਿੱਤਾ ਹੈ ਤੇ ਸਾਧਾਰਿਆ। ਉਹਨਾਂ ਦੇ ਹਿਰਦੇ ਨੂੰ ਮਹਾਰਾਜ ਆਪ ਜੀ ਨੇ ਸੁਧਾਰ ਦਿੱਤਾ ਹੈ। ਹਿਰਦੇ ਨੂੰ ਆਪ ਨੇ ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਆਪਣੇ ਚਰਨਾਂ ਦੇ ਨਾਲ ਜੋੜ ਲੈਣਾ ਕੀਤਾ ਹੈ। ਐਸੀ ਮਹਾਰਾਜ ਆਪ ਜੀ ਦੀ ਪਰਮ ਵਡਿਆਈ ਹੈ। ਮਹਾਨ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਗਰੀਬ ਨਵਾਜ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਉਚਾਰਨ ਕੀਤੀ ਹੈ। ਭੱਟ ਰਸਨਾ ਦੁਆਰਾ ਵੀ ਹਜੂਰ ਦੇ ਜੋ ਪਾਵਨ ਬਚਨ ਹਨ, ਕਵ ਕੰਧ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ। ਭੱਟ ਕਲ ਜੀ ਨੇ ਉਚਾਰਨ ਕੀਤਾ ਹੈ, ਜੋ ਬਾਬਾ ਹਰਦਾਸ ਜੀ ਦੀ ਤਨੇ ਸੁਪੁੱਤਰ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਦੇ ਖਾਲੀ ਹਿਰਦੇ ਨੂੰ ਮਹਾਰਾਜ ਲੱਬਾ ਲੱਭ ਸਮੁੰਦਰ ਦੀ ਤਰ੍ਹਾਂ ਸ਼ੁਭ ਗੁਣਾ ਰੂਪੀ ਜਲ ਦੇ ਨਾਲ ਭਰ ਦੇਣ ਵਾਲੇ ਹੋ। ਐਸੀ ਮਹਾਰਾਜ ਆਪ ਜੀ ਦੀ ਪਰਮ ਵਡਿਆਈ ਹੈ। ਤੂੰ ਸਤਿਗੁਰ ਚਹੁ ਜੁਗੇ ਆਪ ਆਪੇ ਪਰਮੇਸ਼ਰ। ਮਹਾਰਾਜ ਅੱਜ ਕਲਯੁਗ ਦੇ ਸਮੇਂ ਵਿੱਚ ਨਹੀਂ, ਆਪ ਜੀ ਐਸਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਪਰਮ ਸਰੂਪ ਹੋ। ਜੁਗਾਂ ਜੁਗਾਂ ਵਿੱਚ ਮਹਾਰਾਜ ਆਪ ਸਦੀਵੀ ਕਾਲ ਸਤ ਸਰੂਪ ਹੋ। ਮਹਾਰਾਜ ਸ੍ਰਿਸ਼ਟੀ ਦੇ ਬਣਨ ਤੋਂ ਪਹਿਲਾਂ ਵੀ ਆਪ ਜੀ ਦਾ ਸਰੂਪ ਸੱਚਾ ਸੀ। ਸਤਿਯੁਗ ਦੇ ਵਿੱਚ ਵੀ ਸੱਚਾ ਸੀ, ਤ੍ਰੇਤੇ ਵਿੱਚ ਵੀ, ਦੁਆਪਰ ਵਿੱਚ ਵੀ, ਹੁਣ ਕਲਯੁਗ ਦੇ ਭਿਆਨਕ ਸਮੇਂ ਵਿੱਚ ਵੀ ਸੱਚ ਹੈ। ਤੇ ਸ੍ਰਿਸ਼ਟੀ ਦੇ ਜਾਣ ਤੋਂ ਬਾਅਦ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਸਰੂਪ ਸੱਚਾ ਹੋਵੇਗਾ। ਔਰ ਹਜੂਰ ਦੀ ਮਹਿਮਾ ਉਚਾਰਨ ਕੀਤੀ ਹੈ। ਭੱਟ ਜਨਾਂ ਨੇ ਕਹਿੰਦੇ ਹਨ, ਮਹਾਰਾਜ ਹੇ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ, ਜਿਨ੍ਹਾਂ ਨੇ ਆਪ ਜੀ ਦਾ ਪਰਮ ਉਪਦੇਸ਼ ਸਰਵਣ ਕੀਤਾ ਹੈ ਨਾ, ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਮਹਾਰਾਜ ਉਹਨਾਂ ਦੇ ਕੱਚ ਤੋਂ ਮਹਾਰਾਜ ਉਹਨਾਂ ਨੂੰ ਕੰਚਨ ਦੀ ਤਰ੍ਹਾਂ ਆਪ ਜੀ ਨੇ ਸ਼ੁੱਧ ਹਿਰਦੇ ਵਾਲੇ ਬਣਾ ਦਿੱਤਾ ਹੈ। ਜਿਨ੍ਹਾਂ ਨੇ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਆਪ ਜੀ ਦਾ ਪਰਮ ਉਪਦੇਸ਼ ਸਰਵਣ ਕਰਨਾ ਕੀਤਾ ਹੈ। ਕੱਚੋ ਕੰਚਨ ਭਇਓ ਸ਼ਬਦ ਗੁਰ ਸ਼ਰਵਣ ਹੀ ਸੁਣਿਓ। ਬਿਖ ਤੇ ਅੰਮ੍ਰਿਤ ਹੋਇਓ ਨਾਮ ਅੰਮ੍ਰਿਤ ਮੁਖ ਭਣਿਓ। ਮਹਾਰਾਜ ਹੇ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ, ਜਿਨ੍ਹਾਂ ਨੇ ਆਪ ਜੀ ਦਾ ਨਾਮ ਆਪਣੀ ਰਸਨਾ ਤੋਂ ਉਚਾਰਨ ਕੀਤਾ, ਪ੍ਰੀਤ ਰੂਪ ਰਸਨਾ ਧਾਰਨ ਕਰਕੇ ਆਪ ਜੀ ਦਾ ਭਾਵਨਾ ਦੇ ਨਾਲ ਨਾਮ ਜਪਿਆ, ਮਹਾਰਾਜ ਸੱਚੇ ਪਾਤਸ਼ਾਹ ਬਿਖ ਜ਼ਹਿਰ ਤੋਂ ਉਹਨਾਂ ਨੂੰ ਅੰਮ੍ਰਿਤ ਦੀ ਤਰ੍ਹਾਂ ਉਹਨਾਂ ਦਾ ਜੀਵਨ ਬਣਾ ਦਿੱਤਾ, ਭਾਵ ਉਹਨਾਂ ਨੂੰ ਅਮਰ ਕਰ ਦਿੱਤਾ ਹੈ। ਸੰਸਾਰ ਦੇ ਔਗਣਾ ਤੋਂ ਵਿਸ਼ੇ ਵਿਕਾਰਾ ਰੂਪੀ ਜ਼ਹਿਰ ਤੋਂ ਹਟਾ ਕਰਕੇ ਨਾਮ ਅੰਮ੍ਰਿਤ ਦੀ ਦਾਤ ਆਪ ਜੀ ਨੇ ਤਿਨਾਂ ਨੂੰ ਬਖਸ਼ਿਸ਼ ਕਰ ਦਿੱਤੀ ਹੈ। ਬਿਖ ਤੇ ਅੰਮ੍ਰਿਤ ਹੋਇਓ ਨਾਮ ਅੰਮ੍ਰਿਤ ਮੁਖ ਭਣਿਓ। ਲੋਹੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ। ਮਹਾਰਾਜ ਜਿਨ੍ਹਾਂ ਤੇ ਆਪ ਜੀ ਨੇ ਕਿਰਪਾ ਦ੍ਰਿਸ਼ਟੀ ਧਾਰਨ ਕਰ ਦਿੱਤੀ ਹੈ ਨਾ, ਉਹਨਾਂ ਨੂੰ ਮਨੂਰ ਲੋਹੇ ਤੋਂ ਵੀ ਮਹਾਰਾਜ ਸੱਚੇ ਪਾਤਸ਼ਾਹ ਅਮੋਲਕ ਪਦਾਰਥ ਲਾਲ ਵਰਗੇ ਬਣਾ ਦਿੱਤਾ ਹੈ। ਐਸਾ ਵਡਮੁੱਲੇ ਸ਼ੁਭ ਗੁਣਾ ਦੀ ਦਾਤ ਤਿਨਾਂ ਨੂੰ ਹਿਰਦੇ ਅੰਦਰ ਬਖਸ਼ਿਸ਼ ਕਰ ਦਿੱਤੀ ਹੈ। ਮਹਾਰਾਜ ਪ੍ਰੇਮ ਰੂਪੀ ਲਾਲ ਤਿਨਾਂ ਦੇ ਹਿਰਦੇ ਅੰਦਰ ਆਪ ਨੇ ਕਿਰਪਾ ਕਰਕੇ ਬਖਸ਼ਿਸ਼ ਕਰ ਦਿੱਤਾ ਹੈ। ਪਾਹਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ। ਸੱਚੇ ਪਾਤਸ਼ਾਹ ਪੱਥਰਾਂ ਦੀ ਤਰ੍ਹਾਂ ਜਿਹੜੇ ਪਾਪੀ ਜੀਵ ਹੈ ਨਾ, ਉਹਨਾਂ ਨੂੰ ਮਹਾਰਾਜ ਸੁੱਚੇ ਮੋਤੀਆਂ ਦੀ ਤਰ੍ਹਾਂ ਆਪ ਜੀ ਨੇ ਕਿਰਪਾ ਕਰਕੇ ਬਣਾ ਦਿੱਤਾ ਹੈ। हे गरीब नवाज, ऐसे गुरु रामदास साहिब महाराज आप जी की परम वडियाई है। पाहन मानक करे ज्ञान गुर कहियो विचारै। काठ हो श्री खंड सतगुर कीयो दुख दरिद्र तिन के गए। सतगुरु चरण जिन परसिया से पास प्रेत सुर नर पहे। हे गरीब नवाज, ऐसी आप जी की परम वडियाई है। महाराज सच्चे पातशाह तमाम जीवां दा आप जी उद्धार करन वाले हो।
फिर जिन्हां दे वल धन गुरु रामदास साहिब महाराज आप जी हो जाते हो ना, जाम गुरु होए वल तनेह क्या गारव दिजै। धनाड़ पुरुष महाराज उन्हां अगे की कोई हंकार जता सकता है। जिन्हां दा पक्ष आप करदे हो ना गुरु रामदास साहिब पातशाह, धन अते धनी दोवां दे महाराज दोवें उन्हां दे अगे झुक करके नमस्कारां करदे आ। जिन्हां दा पक्ष गुरु रामदास साहिब सच्चे पातशाह महाराज आप करदे हो, जाम गुरु होए वल धनेह क्या गारव दिजे। कादी अपनी गौरवताई दिखावेगा, कादा को हंकार जतावेगा। धन अते धनी महाराज उन्हां दे अधीन कर देंदे जिन्हां दा आप जी पक्ष करदे हो। जाम गुरु होए वल लख बाहे क्या गिजाए। बड़ियां बड़ियां शक्तियां वाले बाहुबली महाराज की उन्हां दा बिगाड़ सकदे है। हे गुरु रामदास साहिब महाराज जिन्हां दे वल आप जी हो जाते हो। जाम गुरु होए वल ज्ञान अर ध्यान अनन पर। जाम गुरु होए वल शब्द साखी सो सच्चे घर। महाराज जिन्हां दा आप जी पक्ष करदे हो ना, हे सच्चे पातशाह जी, ज्ञान आप जी दी प्राप्ति दा जेड़ा ज्ञान है, और महाराज जो ध्यान सरगुण स्वरूप दा ध्यान धारण दी जो जुगती है, सुभाविक ही तिन्हां गुरमुखां नूं प्राप्त हो जांदी जिन्हां दा आप जी पक्ष करदे हो। जिस हिरदे अंदर ज्ञान दे प्रकाश नूं पाउण वास्ते, जे सरगुण स्वरूप दे ध्यान धारण दी जुगती नूं पाउण दे वास्ते तमाम संसार दे जीव यतन करदे रहिंदे आ। महाराज जिन्हां दे आप जी पक्ष करदे हो ना, जिन्हां दे हिरदे दा प्यार देख करके बख्शिश कर देंदे हो, इस सुभाविक ही तिन्हां नूं महाराज दातां प्राप्त हो जांदियां ने। जाम गुरु होए वल शब्द साखी सो सच्चे घर। महाराज आप जी दी सत संगत रूपी घर विच आ करके जो गुरसिख प्यार दे नाल आप जी दे सन्मुख हो करके बेनतियां करदे ने, गुरु रामदास साहिब महाराज आप जी दे पावन शब्द उपदेश द्वारा, आप जी दी साखियां द्वारा महाराज तुहाडा स्वरूप सच्चा प्रतीत होण लगन लग पैंदा है। फिर महाराज जो गुरु गुरु अहनिस जपै, दास पट बेनत कहै। जो गुरु नाम रिद मह धरै, सो जन्म मरण दोह थे रहै। धन गुरु रामदास साहिब महाराज कोई भी प्राणा धारी जीव आप जी दे नाम नूं अपने हिरदे विच धारण कर लैंदा है। रसना तो भी महाराज आप जी दा नाम जपदा है, हिरदे विच भी आप जी दी मूरत नूं धारण करके रख लैंदा है। हे गरीब नवाज सो जन्म मरण दोह थे रहै। संसार दे अंदर जमण ते मरण तो महाराज रह जांदा, भाव मुक्त हो जांदा है। जो भावना दे नाल आप जी दा नाम जप लैंदा है, ऐसी महाराज परम आप जी दी वडियाई है। फिर होर भी सच्चे पातशाही दी किन्नी महिमा उच्चारण कीती है। गुर बिन घोर अंधार, गुरु बिन समझ ना आवे। गुर बिन सुरत ना सिद्ध, गुरु बिन मुक्त ना पावे। धन गुरु रामदास साहिब महाराज आप जी दे परम ज्ञान तो बिना जीव दे जीवन दे अंदर अज्ञानता दी गाफलताई दा हनेरा ही हनेरा है। सच्चे पातशाह आप जी दी शरण धारण कीते तो बिना ना तां सुरत भाव ज्ञात प्राप्त हुंदी है, ना महाराज जीव नूं जीवन मुक्ति दा आनंद प्राप्त हो सकता है। ऐसी महाराज आप जी दी परम वडियाई है। तो सच्चे पातशाह धन सतगुरु गुरु रामदास साहिब महाराज हजूर दी परम वडियाई साध संगत जी बेअंत है, कोई अंत नहीं पा सकता। जितनी मर्जी महाराज सच्चे पातशाह जी की कोई वडियाई उच्चारण करी जावे, कदे अंत नहीं पाया जा सकता। समग्र रूप दे भी सतगुरु जी दे गुणां नूं गाया नहीं जा सकता। ना कलम दे नाल लिख करके, ना रसना तो बोल करके महाराज जी दे गुणां नूं गाया जा सकता है। ऐसे गरीब नवाज सतगुरु श्री गुरु रामदास साहिब सच्चे पातशाह जी महाराज सतगुरु जी दा अज पावन प्रकाश पुरब दिहाड़ा है। फिर तो आप सरबत संगतां नूं बेअंत बेअंत वधाइयां होवन।